ਦਿੰਦੇ ਆ 5-10 ਬਣੇ, ਫਿਰ ਉਹ ਜਦੋਂ ਇਕੱਠੇ ਪੈਸਿਆਂ ਚੋਂ ਵਾਪਸ ਲੈ ਲੈਂਦੇ ਆ। ਅੱਛਾ, ਉਚੇਚੇ ਤੌਰ ਤੇ ਯੂਕੇ ਤੇ ਯੂਰਪ ਦੀ ਸੰਗਤ ਦਾ ਇਹ ਫਰਜ਼ ਬਣਦਾ ਆ ਹਾਂਜੀ ਵੀ ਤੁਸੀਂ ਲੀਡਰਸ਼ਿਪ ਨੇ 5-5 ਨਾਅਰੇ ਮਾਰ ਕੇ ਕਰੋੜਾਂ ਪਾਉਂਡ ਇਕੱਠੇ ਕੀਤੇ ਆ, ਹਾਂਜੀ ਸਾਨੂੰ ਤੁਸੀਂ ਗੁੰਮਰਾਹ ਕੀਤਾ ਆ। ਹਾਂਜੀ ਨਾ ਤੁਹਾਡਾ ਅਗਲਾ ਕੋਈ ਜਥੇਦਾਰ ਮੇਰਾ ਵੀ ਕਾਇਮ ਰਿਹਾ ਆਪਣੇ ਪਹਿਰੇ ਤੇ, ਨਾ ਕੋਈ ਪਿਛਲਾ ਰਿਹਾ, ਔਰ ਤੁਸੀਂ ਸੰਘਰਸ਼ ਨੂੰ ਇੱਕ ਮਰਿਆ ਕੋੜ ਦੱਸਣ ਲੱਗ ਪਏ ਆ, ਹਾਂਜੀ ਜਿਹਦੀ ਖਾਤਰ ਐਡੀਆਂ ਵੱਡੀਆਂ ਕੁਰਬਾਨੀਆਂ ਹੋਈਆਂ। ਮੈਂ ਆਪਣੇ ਨਾਲ ਦੇ ਸਾਥੀਆਂ ਦਾ ਨਾਨਕ ਨਿਵਾਸ ਦੇ ਨਾਲ ਦੇ ਨਾਂ ਤਾਂ ਲਏ ਸੀ, ਜਿਵੇਂ ਉਹਨਾਂ ਨਾਂ ਲੈਣ ਲੱਗਾ ਨਾ, ਉਹਦੇ ਵਿੱਚੋਂ ਇੱਕ 7 ਸਾਲ ਦਾ ਨੌਜਵਾਨ ਜਿਹੜਾ ਹਮੇਸ਼ਾ ਉੱਥੇ ਜਾ ਕੇ ਦੁੱਧ ਦਾ ਗਲਾਸ ਗਰਮ ਕਰਕੇ ਦਿੰਦਾ, ਉਹ ਵੀ ਸ਼ਹੀਦ ਹੋਇਆ ਘੱਲੂ ਘਰ ਦੇ ਵਿੱਚ। ਹਾਂਜੀ ਔਰ ਅਵਤਾਰ ਸਿੰਘ ਮੁੰਡਾ ਸੀ, ਉਹ ਤਕਰੀਬਨ ਉਸ ਵੇਲੇ ਉਹਦੀ 16 ਸਾਲ ਦੀ ਉਮਰ ਸੀ, ਨਿੱਕੇ ਬੱਚੇ ਹੋਏ। ਔਰ ਉਹ ਉੱਥੇ ਦੀਆਂ ਜਿਹੜੀਆਂ ਮੈਂ ਜਿਹੜੇ ਬੰਦੇ ਸਾਹਮਣੇ ਤੁਹਾਡੇ ਨਾਲ ਵਿਚਰਦੇ ਹੁੰਦੇ ਸੀ ਨਾ, ਦੇਖੋ ਜਦੋਂ ਉਹਨਾਂ ਲੋਕਾਂ ਨੂੰ ਯਾਦ ਕਰੀਦਾ ਨਾ ਜਾਂ ਉਹਨਾਂ ਤੋਂ ਗੱਲਾਂ ਕਰਦਾ, ਤਾਂ ਸਾਡੇ ਸਿਰ ਆਪਾਂ ਜਿਹੜੇ ਲੋਕ ਆ ਨਾ, ਸਪੈਸ਼ਲੀ ਤੌਰ ਤੇ ਆਪਾਂ ਵੀ ਸੁਣੀਏ ਨਾ, ਅਸੀਂ ਉਸ ਚੀਜ਼ ਨੂੰ ਬੜਾ ਕਰਜ਼ਾਈ ਗਿਣਦੇ ਆ ਆਪਣੇ ਉੱਤੇ। ਲੇਕਿਨ ਅਸੀਂ ਜੇ ਮਰ ਨਹੀਂ ਸਕਦੇ, ਅਸੀਂ ਸ਼ਹੀਦ ਨਹੀਂ ਹੋ ਸਕਦੇ, ਤੇ ਘੱਟੋ ਘੱਟ ਇਸ ਲੜੀ ਨੂੰ, ਇਸ ਇਤਿਹਾਸ ਨੂੰ ਆਪਾਂ ਗਾਂਹ ਤੇ ਤੋਰ ਸਕਦੇ ਆ ਨਾ। ਬਲ ਸਾਹਿਬ ਜਿਹੜਾ ਸ਼ਹੀਦ ਹੋਣਾ ਨਾ, ਹਾਂ ਇਹ ਤਾਂ ਜੇ ਨਾ ਹੋਣਾ, ਇਹ ਤਾਂ ਗੁਰੂ ਦੀ ਮਿਹਰ ਹੈ, ਗੁਰੂ ਦੇ ਹੱਥ ਹੈ ਨਾ। ਇੱਕ ਵਾਰੀ ਅਸੀਂ ਗੁਰੂ ਨਾਨਕ ਨਿਵਾਸ ਵਿੱਚ ਵਿਚਾਰਾਂ ਕਰਦੇ ਸੀ, ਕਾਫੀ ਬੁੱਧੀਜੀਵੀ ਤੇ ਸਿੱਖ ਸੀ, ਉਦੋਂ ਇਹ ਵਿਚਾਰਾਂ ਹੁੰਦੀਆਂ ਵੀ ਸ਼ਹੀਦ ਹੈ ਕੌਣ। ਸ਼ਹੀਦ ਉਹ ਆ ਜਿਹੜੇ ਆਪਣੇ ਮਨ ਵਿੱਚ ਪਹਿਲਾਂ ਸੋਚ ਲਏ ਵੀ ਮੈਂ ਇਹ ਕੰਮ ਗੁਰੂ ਲਈ ਕਰਨਾ ਵਾ, ਬਾਣੀ ਉਹਦੇ ਮਨ 'ਚ ਹੋਏ ਤੇ ਕਾਜ ਸਾਹਮਣੇ ਹੋਏ। ਜੇ ਉਹ ਕਾਜ ਨਹੀਂ ਹੁੰਦਾ, ਉਹ ਸ਼ਹੀਦੀ ਹੋ ਜਾਂਦੀ ਹੈ, ਤਾਂ ਉਹਦੀ ਸ਼ਹੀਦੀ ਪ੍ਰਵਾਨ ਹੈ। ਮੇਰੀ ਗੱਲ ਸਮਝ ਗਏ ਨਾ। ਤੇ ਜਾਂ ਜਿਹੜਾ ਦੁਸ਼ਮਣ ਆ, ਜਦੋਂ ਉਹ ਫੜ ਕੇ ਔਰ ਬਾਣੀ ਵਾਲੇ ਗੁਰਸਿੱਖ ਨੂੰ ਸ਼ਹੀਦ ਕਰਦਾ, ਉਹ ਸ਼ਹੀਦ ਹੈ। ਪਰ ਉਹਨਾਂ ਦਾ ਮੁੱਲ ਵੱਟਣ ਵਾਲਾ ਜਿਹੜਾ, ਉਹ ਪੰਥਕ ਨਹੀਂ ਹੋ ਸਕਦਾ। ਦੇਖੋ ਇਹ ਤੇ ਗਿਣ ਕੇ ਗਦਾਰੀ ਹੋ, ਜਿੱਦਾਂ ਨਾ ਤਕਰੀਬਨ ਜਿਹੜਾ ਆਪਣੀ ਇਹ ਕਿਸੇ ਪਾਸੇ ਵੀ ਸ਼ੁਰੂ ਕਰ ਲਓ ਨਾ, ਇਹ ਬੜਾ ਤਕੜਾ ਸੰਕਟ ਵੀ ਹੈਗਾ ਆ, ਔਰ ਬੜਾ ਤਕੜਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਨੋਰਥ ਵੀ ਹੈਗਾ ਆ। ਜੇ ਅਸੀਂ ਸੰਘਰਸ਼ ਨੂੰ ਢਿੱਲੇ ਪਏ ਨੂੰ ਦੁਬਾਰਾ ਸੁਰਜੀਤ ਕਰਦੇ ਆ ਨਾ, ਔਰ ਸੁਰਜੀਤ ਇਸੇ ਕਰਕੇ ਹੋ ਸਕਦਾ ਵੀ ਇਹਨਾਂ ਠੱਗਾਂ ਤੋਂ ਪਹਿਲਾਂ ਕੌਮ ਨੂੰ ਬਚਾਇਆ ਜਾਏ। ਦੇਖੋ ਕੌਮ ਕੋਲ ਬੜਾ ਸੋਹਣਾ ਅਧਿਕਾਰ ਹੈ, ਜੇ ਅਸੀਂ ਕੌਮ ਨੂੰ ਚੇਤਾ ਕਰਾਈਏ ਨਾ, ਉਹ ਕੌਮ ਇਹਨਾਂ ਨੂੰ ਪੁੱਛ ਸਕਦੀ ਆ ਵੀ ਤੁਹਾਡੇ ਜਿਹੜੇ ਚਿਹਰੇ ਆ ਨਾ, ਤੁਹਾਡੇ ਚਿਹਰੇ ਐਸੇ ਦੱਸਣ ਲੱਗ ਪਏ ਵੀ ਤੁਸੀਂ ਕੌਮ ਦੇ ਨਾਲ ਗੱਦਾਰੀ ਕਰ ਰਹੇ ਆ, ਉਹ ਤੁਸੀਂ ਕੀਤੀ ਆ, ਇਸ ਕਰਕੇ ਤੁਸੀਂ ਲਾਂਭੇ ਹੋ, ਔਰ ਇਹਨਾਂ ਤੋਂ ਬਚਿਆ ਜਾਏ। ਇਹ ਤਾਂ ਸੰਗਤ ਨੂੰ ਚਾਹੀਦਾ ਜੀ, ਜਦੋਂ ਵੀ ਇਹ ਸਟੇਜ ਦੇ ਉੱਤੇ ਆਉਣ, ਜਦੋਂ ਵੀ ਇਹ ਕਿਤੇ ਭਾਵੇਂ ਦੇਸੀ ਚੈਨਲਾਂ ਵਾਸਤੇ ਪੈਸੇ ਮੰਗਦੇ ਆ, ਫਿਰ ਬੜੀਆਂ ਪੀਰ ਗੁਰੂ ਸਾਹਿਬ ਨੇ ਆ ਬੜੀਆਂ ਸਟੋਰੀਆਂ ਬੜੀਆਂ ਇੱਦਾਂ ਦੀਆਂ ਸੁਣਾਉਂਦੇ ਨੇ ਸਾਧਾਂ ਵਾਲੀਆਂ, ਕਿ ਆਮ ਸੰਗਤ 'ਤੇ ਉਹਦਾ ਪ੍ਰਭਾਵ ਜਾਂਦਾ ਵੀ ਆ। ਪਰ ਉਦੋਂ ਨਹੀਂ ਦੱਸਦੇ ਅਸੀਂ ਵੀ ਅਸੀਂ ਤਾਂ ਭਾਈ ਪੈਸੇ ਖਾਣ ਵਾਲੇ ਆ, ਜਿਹੜੇ ਆ ਪੈਸੇ ਇਕੱਠੇ ਵੀ ਕਰਦੇ ਆ ਚੈਨਲਾਂ ਲਈ, ਇਹਦੇ 'ਚੋਂ ਵੀ ਸਾਨੂੰ ਆਉਣ ਜਾਣ ਦੇ ਕਿਰਾਏ ਮਿਲ ਜਾਂਦੇ ਆ। ਪਹਿਲੀ ਤੇ ਗੱਲ ਹੈ ਵੀ ਜਿਹੜਾ ਬੰਦਾ ਸੰਘਰਸ਼ ਵਾਲਾ ਆ, ਸਿੱਖ ਸੰਘਰਸ਼ੀ, ਕਿਸੇ ਵੀ ਲਹਿਰ ਦਾ ਬੰਦਾ ਹੈ, ਕਿਸੇ ਵੀ ਕੌਮ ਦੀ ਆਜ਼ਾਦੀ ਦੇ ਲੜਨ ਵਾਲਾ ਬੰਦਾ ਆ, ਉਹ ਕਿਸੇ ਮੇਰਾ ਵੀ ਕਮਰਸ਼ੀਅਲ ਚੀਜ਼ ਵਾਸਤੇ, ਕਿਸੇ ਦੁਕਾਨਦਾਰੀ ਦੇ ਵਾਸਤੇ ਇੱਦਾਂ ਨੌਕਰਾਂ ਵਾਂਗੂ ਉਗਰਾਹੀਆਂ ਕਰਨ ਦਾ ਉਹਦਾ ਫਰਜ਼ ਨਹੀਂ ਬਣਦਾ। ਉਹਦਾ ਫਰਜ਼ ਬਣਦਾ ਕੌਮ ਨੂੰ ਲੀਡ ਦੇਣ ਦਾ। ਇਹਨਾਂ ਦਾ ਤਾਂ ਕਿੱਤਾ ਬਣ ਗਿਆ ਜੀ, ਪਰ ਇਹਨਾਂ ਦਾ ਕਿੱਤਾ ਬਣ ਗਿਆ ਨਾ। ਇਹ ਕਹਿੰਦੇ ਆ ਵੀ ਜਿਹੜਾ ਚੈਨਲ ਸਾਨੂੰ ਬੋਲਣ ਦਾ, ਸਾਡੀ ਸ਼ਕਲ ਦਿਖਾਏ, ਅਸੀਂ ਉਹਦੇ ਲਈ ਅਪੀਲਾਂ ਕਰਾਂਗੇ। ਇਹਨਾਂ ਨੂੰ ਫੋਟੋ ਮਹਿਕਮੇ ਦਾ ਇਹਨਾਂ ਦਾ ਇੱਕ ਡਿਪਾਰਟਮੈਂਟ ਹੋ ਗਿਆ। ਔਰ ਦੇਖੋ ਉਹੀ ਮੈਂ ਗੱਲ ਕਰਦਾ ਆ, ਇਤਿਹਾਸ ਨੇ ਬਾਬੇ ਰਾਮ ਸਿੰਘ ਦੇ ਗੜਵਈ ਨੂੰ ਪਛਾਣਿਆ, ਇਤਿਹਾਸ ਨੇ ਪਛਾਣਿਆ ਉਦੋਂ ਨਾ ਜਦੋਂ ਉਹਨੇ ਮਰਵਾ ਚੁੱਕਾ। ਹਾਂ, ਇਹ ਹਮੇਸ਼ਾ ਹੁੰਦਾ ਆ। ਜਦੋਂ ਕੋਈ ਕੌਮ ਲੜਦੀ ਆ, ਕੋਈ ਆਜ਼ਾਦੀ ਵਾਸਤੇ ਲੜਦੀ, ਸੰਘਰਸ਼ ਵਾਸਤੇ ਲੜਦੀ ਆ ਨਾ, ਔਰ ਇਹ ਚੀਜ਼ਾਂ ਸਾਈਡ ਬਾਈ ਸਾਈਡ ਹਮੇਸ਼ਾ ਨਾਲ ਰਹਿੰਦੀਆਂ ਆ। ਪਰ ਜੇ ਅਸੀਂ ਇਹ ਅੱਜ ਗੱਲ ਨਾ ਖੋਲੀਏ, ਜਹਦਾ ਸਾਹਿਬ ਆਪਣੇ, ਜੇ ਇਹੀ ਗੱਲ 5 ਸਾਲ ਨੂੰ ਖੋਲੇ ਤੇ ਆਪਾਂ ਵੀ ਦੋਸ਼ੀ ਹੋ ਜਾਵਾਂਗੇ ਨਾ। ਬਸ ਅਸੀਂ ਤਾਂ ਜਦੋਂ 84 ਦੇ ਵਿੱਚ ਜਦੋਂ ਇਹ ਲਾਣਾ ਆਇਆ, ਰਾਤੋਂ ਰਾਤ ਮੋਨਿਆਂ ਘੋਨਿਆਂ ਨੇ ਕੇਸਰੀ ਪੱਗਾਂ ਬੰਨ੍ਹ ਕੇ, ਤੇ ਇਹ ਆ ਕੇ ਜਿਹੜੇ ਪੁਰਾਣੇ ਇੱਥੋਂ ਪੰਥਕ ਬੰਦੇ ਸੀ, ਉਹਨਾਂ ਨੂੰ ਖੁੱਡੇ ਲੈਣ ਲਾਤਾ। ਦਵਿੰਦਰ ਸਿੰਘ ਪਰਮਾਰ, ਸੋਹਣ ਸਿੰਘ ਪਤਾਰਾ, ਡਾਕਟਰ ਜਗਜੀਤ ਸਿੰਘ, ਇਹ ਸਾਰੇ ਇੱਕ ਵਾਰੀ ਖੁੱਡੇ ਲੈਣ ਲਾਤੇ ਨਾ, ਲਾ ਕੇ ਉਹਨਾਂ ਨੂੰ ਫਿਰ ਡਰਾਉਂਦੇ ਰਹੇ ਆ। ਹੁਣ ਇਹ ਅਸੀਂ ਤਾਂ ਉਦੋਂ ਵੀ ਕਹਿੰਦੇ ਸੀ ਇਹ ਲੋਕ ਸਹੀ ਪੰਥਕ ਨਹੀਂ ਹੈਗੇ। ਮੈਂ ਤਾਂ ਉਦੋਂ ਤੋਂ ਦਵਾਈ ਪਾਉਂਦਾ ਰਿਹਾ ਵੀ ਇਹ ਲੋਕ, ਇਹ ਵੇਖੋ ਇਹਨਾਂ ਨੇ ਆ ਕੇ ਇੱਕ ਕਬਜ਼ਾ ਜ਼ਰੂਰ ਕੀਤਾ ਮੂਵਮੈਂਟ ਦੇ ਉੱਤੇ, ਪਰ ਇਹ ਮੂਵਮੈਂਟ ਦੇ ਲਈ ਚੰਗੇ ਬੰਦੇ ਨਹੀਂ ਸੀ। ਹੁਣ ਆ ਕਿੱਡਾ ਵੱਡਾ ਮਸਲਾ ਆ। ਅੱਗੇ ਵੀ ਆਪਾਂ ਗੱਲ ਕੀਤੀ ਵੀ ਜਿਸ ਯੂਕੇ ਸਰਕਾਰ ਨੇ ਸਿੱਖਾਂ ਦੇ ਲਹਿਰ ਨਾਲ ਸੰਬੰਧਿਤ ਲੋਕ ਹੀ ਜਿਹੜੇ 1 ਲੱਖ ਨੂੰ
ਇੱਥੇ ਦੀ ਪਨਾਹ ਦਿੱਤੀ ਹੋਵੇ, ਹਾਂਜੀ, ਉਹਨਾਂ ਨੂੰ ਪੱਤੇ ਦਿੱਤੇ ਹੋਣ, ਉਹਨਾਂ ਦੇ ਟੱਬਰ ਪਰਿਵਾਰ ਪੱਕੇ ਕੀਤੇ ਹੋਣ, ਉਹਨਾਂ ਦੇ ਬੱਚੇ, ਔਰ ਉਸੇ ਗਵਰਨਮੈਂਟ ਦੇ ਖਿਲਾਫ ਪਿਛਲੇ ਗਦਾਰ ਟੋਲੇ ਨੇ ਜਿਨ੍ਹਾਂ ਨੇ ਘੱਲੂਘਾਰਾ ਕਰਾਇਆ, ਉਹਨਾਂ ਨੇ ਇਹਨਾਂ ਨੂੰ ਹੱਥਾਂ ਤੇ ਚਾੜ ਕੇ ਆਪਣੀ ਕਠਪੁਤਲੀਆਂ ਬਣਾ ਕੇ, ਕਿਉਂਕਿ ਇਹ ਦੇਰ ਦੀਆਂ ਏਜੰਸੀਆਂ ਸੀ, ਕੋਈ ਨਵੀਆਂ ਤਾਂ ਬਣੀਆਂ ਨਹੀਂ। ਹਾਂਜੀ, ਫਿਰ ਵੇਖੋ ਇੱਕ ਗੱਲ ਹੈ, ਉਹ ਜਿਹੜਾ ਇੱਥੇ ਰੌਲੀ ਪਾਉਂਦਾ ਇੰਡੀਆ ਤੋਂ ਆ ਗਿਆ, ਉਹਦਾ ਪਿਓ ਗਦਾਰ ਆ, ਔਰ ਉਹ ਉਹਦਾ ਪਿਛੋਕੜ ਜਦੋਂ ਉਹਨੂੰ ਬੰਦਾ ਪੁੱਛੇ ਵੀ ਤੂੰ ਆਪਣੇ ਪਿਓ ਨੂੰ ਤਾਂ ਦੇਖ। ਤੁਹਾਨੂੰ ਸ਼ਾਇਦ ਇਹ ਵੀ ਚੇਤਾ ਆਊਗਾ, ਸੰਜ ਨੈਲ ਸੋਹਣੀ ਨੂੰ ਉਹਨੂੰ ਇੰਦਰਾ ਭਗਤ ਕਹਿੰਦੇ ਹੁੰਦੇ ਸੀ। ਹਾਂਜੀ, ਮੈਨੂੰ ਯਾਦ ਹੈ ਜੀ, ਜਦੋਂ ਸੰਤਾਂ ਦੀ ਗ੍ਰਿਫਤਾਰੀ ਸੀ, ਮੇਰੀ ਸਪੀਚ ਵੀ ਉੱਥੇ ਹੋਈ ਸੀ, ਔਰ ਉਸ ਟਾਈਮ ਉਹ ਬੋਨਟ ਤੇ ਅੱਗੇ ਬਹਿ ਕੇ ਮੈਂ ਤੇ ਮੇਨ ਰੋਡ ਤੇ ਗਿਆ ਸੀ, ਉਹ ਬੋਨਟ ਤੇ ਬੈਠਾ ਸੀ ਇੱਦਾਂ ਬਾਬਾ ਬਣ ਕੇ, ਔਰ ਅੱਗੇ ਗੱਡੀ ਚੱਲਦੀ ਸੀ ਕਾਰ, ਪਿੱਛੇ ਸੰਤ ਜਰਨੈਲ ਸੋਹਣੀ ਬੈਠੇ ਸੀ, ਔਰ SSP ਚਾਲ ਗੁਰਦਾਸਪੁਰ ਦੇ ਬੈਠੇ ਸੀ, ਤੇ ਮੈਂ ਤੇ ਹਰਮਿੰਦਰ ਸੰਧੂ ਅਸੀਂ ਅੱਗੇ ਸੀ ਕਾਰ ਦੇ, ਔਰ ਉਹਦੀ ਸ਼ਕਲ ਦੇਖਣ ਵਾਲੀ ਵੀ ਜਿੱਦਾਂ ਬੜਾ ਤਪਸਵੀ ਮਹਾਨ ਹੁੰਦਾ, ਔਰ ਉਹ ਬੰਦਾ ਸਿੱਖਾਂ ਨੂੰ ਮਰਵਾਉਣ ਵਾਲਾ ਸੀ। ਉਹ ਇਹਨਾਂ ਦੇ ਇਸ ਟੋਲੇ ਨਾਲ ਜਿਹੜੇ ਹੁਣ ਬੈਠੇ ਮੇਰਾ, ਜਿਨ੍ਹਾਂ ਨੇ ਮੋਰਚਾ ਲਾਇਆ, ਬੜੇ ਬੜੇ ਨਾਅਰੇ ਲਾ ਕੇ, ਜਿਹੜੇ ਕਹਿੰਦੇ ਸੀ ਮਰਜੀਵੜੇ, ਸਾਡੇ ਕੋਲ 1.25 ਲੱਖ ਮਰਜੀਵੜਾ ਇਕੱਠਾ ਕੀਤਾ ਸੀ, ਉਹ ਮਰਜੀਵੜੀਏ ਪੂਛਾਂ ਲਾ ਕੇ ਦੌੜ ਗਏ ਉਦੋਂ, ਤੇ ਇਹ ਜਿਹੜੇ ਸੀ ਮੇਰਾ ਵੀ ਆਪਣੇ ਤੁਹਾਡੇ ਜਿਹੜੇ ਪੁਰਾਣੇ ਸਾਥੀ ਸਾਰੇ, ਉਹਨਾਂ ਨੂੰ ਫਸਾ ਕੇ ਤੇ ਆਪ ਇਹਨਾਂ ਨੇ ਛੂਟਾਂ ਲਾ ਲਈਆਂ। ਕੌਮ ਦੇ ਇੰਨਾ ਸਿੰਘ ਸ਼ਹੀਦ ਹੋਇਆ ਜੀ, ਅੱਜ ਇਹਨਾਂ ਨੂੰ ਘੱਟੋ ਘੱਟ ਇੰਨੀ ਸ਼ਰਮ ਆਉਣੀ ਚਾਹੀਦੀ ਆ ਵੀ ਅਸੀਂ ਕੌਮ ਅੱਗੇ ਜਾ ਕੇ ਆਪਣੀ ਗਲਤੀ ਮੰਨੀਏ, ਆਪਣੇ ਪਾਪ ਕੀਤਿਆਂ ਦਾ ਪ੍ਰਚਾਰ ਕਰੀਏ ਵੀ ਇਹ ਸਾਥੋਂ ਗਲਤੀ ਹੋਈ ਆ, ਕੌਮ ਸਾਨੂੰ ਮਾਫ ਕਰੇ, ਤੇ ਆਪਣੇ ਘਰਾਂ 'ਚ ਜੋ ਇਹਨਾਂ ਖਾਣਾ ਹੀ ਖਾ ਲਿਆ, ਔਰ ਇਹਨਾਂ ਨਵਾਂ ਪਖੰਡ ਸ਼ੁਰੂ ਕਰ ਲਿਆ, ਆਪੋ ਆਪਣੇ ਸਾਧ ਚੁਣ ਲਏ ਆ, 2-3 ਸਾਧ ਇਕੱਠੇ ਕਰਕੇ ਉਹਨਾਂ ਦੀਆਂ ਕਥਾਵਾਂ ਸ਼ੁਰੂ ਕਰਕੇ, ਮੇਰਾ ਵੀ ਕਈ ਥਾਈਂ ਤੇ ਕਹਿਣ ਲੱਗ ਪਏ ਜੀ ਦੇਖੋ ਜੀ ਹੁਣ ਜਿਹੜਾ ਸਮਾਂ ਇਦਾਂ ਦਾ ਆ ਗਿਆ ਆ, ਹੁਣ ਸਿੱਖੀ ਇਕੱਤਰ ਕਰਨ ਦਾ ਸਮਾਂ ਆ ਗਿਆ, ਸੰਤਾਂ ਦੀ ਕਥਾ ਸੁਣਨ ਦਾ ਸਮਾਂ ਆ ਗਿਆ। ਜਦੋਂ ਘੱਲੂਘਾਰਾ ਬੀਤਦਾ ਸੀ, ਜਦੋਂ ਸਿੰਘ ਸ਼ਹੀਦ ਹੁੰਦੇ, ਉਦੋਂ ਵੀ ਇਹੀ ਸਮਾਂ ਸੀ ਨਾ। ਦੇਖੋ ਸਿੱਖ ਤੇ ਹਮੇਸ਼ਾ ਚੜ੍ਹਦੀ ਕਲਾ ਨਾਲ ਬੋਲਬਾਲੇ ਦੀ ਗੱਲ ਕੀਤੀ ਹੈ, ਜਦੋਂ ਕੋਈ ਸਾਧ, ਇਹੀ ਸਾਧ ਮੱਤ ਜਿਹੜੇ ਆ, ਇਹ ਜਿਹੜੇ ਸੰਤ ਸਮਾਜ ਵਾਲੇ ਤੁਰੇ ਫਿਰਦੇ ਆ, ਹੁਣ ਮੇਰਾ ਗੋਲਕਾਂ ਭਰ ਕੇ ਬਾਹਰਲੇ ਮੁਲਕਾਂ ਤੋਂ ਲਿਜਾਂਦੇ ਆ, ਇਹ 84 ਤੋਂ ਲੈ ਕੇ ਤਕਰੀਬਨ 90 ਤੱਕ ਕੋਈ ਨਹੀਂ ਲੱਭਾ। ਮੈਨੂੰ ਖੁਦ ਚੇਤੇ ਆ ਵੀ ਮੈਂ 4.5 ਸਾਲ ਪ੍ਰਬੰਧ ਚਲਾਇਆ ਸਿੰਘ ਸਭਾ ਹੈਬਲ ਕਰੋੜ ਦਾ, ਉਸ ਸਾਡੇ 4.5 ਸਾਲ ਦੇ ਵਿੱਚ ਅਸੀਂ ਕਦੇ ਕਿਸੇ ਸਾਧ ਦੀ ਕਥਾ ਨਹੀਂ ਸੁਣੀ। ਇਹ ਪਹਿਲੇ ਤਾਂ ਉਹ ਸਾਧ ਬੁਲਾ ਲੈਂਦੇ ਆ, ਫਿਰ ਉਹਨਾਂ ਨੂੰ 2-4 ਵੀ ਪਤਿਆਉਂਦੇ ਆ, ਮਹਾਂਪੁਰਸ਼ ਆਏ ਆ, ਮਹਾਂਪੁਰਸ਼ ਫਲਾਣੇ ਦੀ ਵਰਸੋਏ ਆ, ਮਹਾਂਪੁਰਸ਼ ਫਲਾਣਾ ਆ, ਉਹਨਾਂ ਦੀ ਭੂਮਿਕਾ ਬੰਨਣਗੇ, ਔਰ ਭੂਮਿਕਾ ਬੰਨ ਕੇ ਫਿਰ ਉਹਨਾਂ ਨੂੰ ਕਹਿਣਗੇ ਆਓ ਮਹਾਂਪੁਰਸ਼ੋ ਤੁਸੀਂ, ਫਿਰ ਉਹਨਾਂ ਨੂੰ ਕਹਿਣਗੇ ਵੇਖੋ ਜੀ ਅਸੀਂ ਤੁਹਾਡੀ ਬਾਡੀਗਾਰਡੀ ਕਰਦੇ ਹਾਂ, ਸਾਨੂੰ ਵੀ ਜਾਂਦੇ ਜਾਂਦੇ ਅੱਧ ਦੇ ਜਾਓ। ਦੇਖੋ ਇਹਦੇ ਹੁਣ ਜਿਹੜਾ ਉਹ ਆਪਾਂ ਇਹ ਵਿਚਾਰ ਜਿਹੜੇ ਆ ਨਾ, ਇਹ ਉੱਥੇ ਜਾ ਕੇ ਹੀ ਖਤਮ ਹੁੰਦੇ ਆ, ਜਿੱਥੇ ਜਾ ਕੇ ਆਪਣੀ ਜਥੇਬੰਦਕ ਸੱਤਾ ਜਿਹੜੀ ਇਕੱਤਰ ਹੁੰਦੀ ਆ। ਇਹਦਾ ਮਤਲਬ ਬਾਲ ਸਾਹਿਬ ਇਹ ਹੋਇਆ ਨਾ, ਜਿੰਨਾ ਚਿਰ ਸੰਗਤ ਨੂੰ ਇਹ ਕਹੀਏ ਵੀ ਇੱਕ ਨਵੀਂ ਜਥੇਬੰਦੀ ਬਣਨੀ ਚਾਹੀਦੀ ਆ, ਔਰ ਨਵੀਂ ਜਥੇਬੰਦੀ ਜਿਹੜੀ ਆ ਉਹ ਹੀ ਪੰਥ ਦਾ ਭਲਾ ਕਰ ਸਕਦੀ ਆ। ਇਹ ਕਾਲ ਲੈ ਲਈ ਜੀ। ਹਾਂਜੀ, ਨਹੀਂ ਟਾਈਮ ਜਿਹੜਾ ਹੈਲੋ 4 ਮਿੰਟ ਕਾਲ ਨਹੀਂ। ਹਾਂਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। 1 ਮਿੰਟ। ਹਾਂਜੀ, ਜਿਹੜੀ ਵਾਲ ਸਾਹਿਬ ਜਿਹੜੀ ਗੱਲ ਹੁੰਦੀ ਆ, ਉਹ ਇਸ ਤਰੀਕੇ ਨਾਲ ਹੋਏ ਵੀ ਇਸ ਟਾਈਮ ਕਾਲ ਦੇਣੀ ਚਾਹੀਦੀ ਹੈ ਸੰਗਤ ਨੂੰ ਵੀ ਤੁਸੀਂ ਇਸ ਨਵੀਂ ਜਥੇਬੰਦੀ ਦੇ, ਪਹਿਲੇ ਤਾਂ ਨਵੀਂ ਜਥੇਬੰਦੀ ਇੱਕ ਬਣਨੀ ਚਾਹੀਦੀ ਆ, ਉਹਦੀ ਮੈਂਬਰਸ਼ਿਪ ਖੁੱਲ੍ਹਣੀ ਚਾਹੀਦੀ ਹੈ ਪੂਰੇ ਯੂਰਪ ਭਰ ਦੇ ਵਿੱਚ, ਔਰ ਉਹ ਬੰਦੇ ਆਉਣੇ ਚਾਹੀਦੇ ਜੇ ਸਹੀ ਪੰਥਕ ਹੋਣ। ਅੱਜ ਆਪਾਂ ਇੱਥੇ ਮੁੱਦਾ ਇਸ ਕਰਕੇ ਲੈ ਕੇ ਆਏ ਹਾਂ ਵੀ ਕੁਝ ਸਮੇਂ ਲਈ, ਕੁਝ ਹਫ਼ਤਿਆਂ ਲਈ ਅਸੀਂ ਉਹਨਾਂ ਜਥੇਬੰਦੀਆਂ ਨੂੰ ਇਹ ਕਾਲ ਦਿੱਤੀ ਆ ਜਿਹੜੀਆਂ UK ਦੇ ਵਿੱਚ, ਉਹ ਇਹਨਾਂ ਦੀ ਠੱਗੀ ਵੀ ਦੇਖਦੇ ਆ, ਇਹਨਾਂ ਵੱਲ ਵੀ ਦੇਖਦੇ ਆ, ਜਿੱਦਾਂ ਤੁਸੀਂ ਕਿਹਾ ਵੀ ਚੁੱਪ ਰਹਿੰਦੇ ਆ। ਲੇਕਿਨ ਜੇਕਰ ਉਹਨਾਂ ਨੇ ਪੰਥਕ ਖੇਤਰ ਵਿੱਚ ਆਪਣਾ ਯੋਗਦਾਨ ਅੱਗੇ ਵਾਂਗੂ ਪਹਿਲ ਕਰਕੇ ਪਾਉਣਾ ਆ, ਉਹ ਨਿੱਤਰ ਕੇ ਅੱਗੇ ਆਉਣ, ਉਹ ਸਪਸ਼ਟ ਕਰਨ ਕਿ ਇਹ ਮਰੇ ਸੱਪ ਦੀ ਇਸ ਦੋਹਰੇ ਦੇ ਨਾਲ ਜਾਂ ਇਸ ਮਨ ਘੜਤ ਜਿਹੜੀ ਇਹਨਾਂ ਨੇ ਘੜ ਲਈ ਹੈ, ਇਹਦੇ ਨਾਲ ਇਹਨਾਂ ਦਾ ਕੀ ਸੰਬੰਧ ਹੈ। ਇੱਕ ਬ੍ਰੇਕ ਤੋਂ ਬਾਅਦ ਹਾਜ਼ਰ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। English qualification for UK spouse visas. Now available through India Skills, a money power education test centre based in Jalandhar.
IELTS not necessary, English language test, lesson-based teaching. We welcome all students throughout India. Contact us at the Jalandhar office on 2231166 or the London office on 0208 571 6889. International promoter Safdar Hussain proudly presents Paresh Rawal in double role in a hilarious comedy play, Dear Father. हमारा नया हिंदी ड्रामा देखा डियर फादर। डियर फादर इमोशनल भी है, कॉमेडी भी है, थ्रिलर भी है, ग्रेट फन है। For info, call Safdar Hussain on 07466963315 or visit safdarhussain.com. This show is brought to you by Euro Catering, Hackney Road, London. Om Namo Narayan. You are all invited to the Prabhu Kripa Dukh Nivaran Samagam that will be held in Italy and the UK on the following dates. On the 5th of September from 2 p.m. onwards in Reggio Emilia in Italy, and on the 7th of September from 2 p.m. onwards in Kadwa Patidar Centre on Kenmore Avenue in Harrow. Contact for more details. तिनका मेरे दिल का करता है तुझसे दुआ, मेरी मन्नत तू तुझको है तुझसे मांगा, मेरी मन्नत तू तुझको है मौला माना, मेरी मन्नत तू तुझको है तुझसे मांगा, मेरी मन्नत तू तुझको है मौला माना, मेरी मन्नत तू, मेरी मन्नत तू। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਗੁਰਦੁਆਰਾ ਮੀਰੀ ਪੀਰ ਸਾਹਿਬ ਦਾ ਕਾਰ ਸੇਵਾ ਦਾ ਪ੍ਰੋਗਰਾਮ ਅਸੀਂ ਹਮੇਸ਼ਾ ਹੀ ਵੀਕ ਵਿੱਚ 2 ਵਾਰੀ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਜੀ। ਇੱਕ ਸੋਮਵਾਰ 9:15 to 10:15 ਅਤੇ ਜਿਹੜਾ ਸ਼ੁੱਕਰਵਾਰ ਹੈ ਉਹ 8:30 ਤੋਂ 9:30। ਸਾਡਾ ਹਮੇਸ਼ਾ ਹੀ ਇਸ਼ੂ ਹੁੰਦਾ ਹੈ ਕਿ ਇਹ ਜਿਹੜਾ ਗੁਰਦੁਆਰਾ ਮੀਰੀ ਪੀਰੀ ਸਾਹਿਬ ਪ੍ਰੋਗਰਾਮ ਹੈ ਇਹ ਪੰਥਕ ਪ੍ਰੋਗਰਾਮ ਹੈ ਜੀ। ਇਹ ਪੰਥਕ ਪ੍ਰੋਗਰਾਮ ਦੇ ਵਿੱਚ ਜਿਹੜੀ ਲੁੱਟ ਖਸੁੱਟ ਪੰਥ ਨਾਲ ਲੋਕ ਕਰਦੇ ਨੇ, ਇੱਕ ਤਾਂ ਉਹਨਾਂ ਨੂੰ ਨੰਗਿਆ ਕੀਤਾ ਜਾਵੇ, ਦੂਸਰਾ ਗੁਰੂ ਘਰ ਦਾ ਜਿਹੜਾ ਅਕਾਊਂਟ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਹੈ ਇਸ ਉੱਤੇ ਆਪਣਾ ਗੁਰੂ ਘਰ ਦੇ ਕਾਰ ਸੇਵਾ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਕਿ ਗੁਰੂ ਘਰ ਜਲਦੀ ਤੋਂ ਜਲਦੀ ਬਣ ਸਕੇ। ਅਸੀਂ ਹਮੇਸ਼ਾ ਹੀ ਸੋਚਿਆ ਜਿਸ ਦਿਨ ਗੁਰੂ ਘਰ ਦੀ ਚੰਗੀ ਬਿਲਡਿੰਗ ਬਣ ਗਈ ਅਸੀਂ 2-3 ਇਹੋ ਜਿਹੇ ਜਿਹੜੇ ਵਧੀਆ ਸਿੱਖ ਹੋਣਗੇ, ਜਿਨ੍ਹਾਂ ਨੂੰ ਸਿੱਖ ਇਤਿਹਾਸ ਦਾ ਪਤਾ ਹੋਏ, ਪੜ੍ਹੇ ਲਿਖੇ ਹੋਣ, ਜਿਹੜੀ ਸਿੱਖ ਇਤਿਹਾਸ ਦੀ ਰਿਸਰਚ ਕਰਨ ਵਾਲੇ ਲੋਕ ਹੋਣ, ਉਹਨਾਂ ਨੂੰ ਅਸੀਂ ਉੱਥੇ ਰੱਖਾਂਗੇ ਤਾਂ ਕਿ ਉਹ ਵਕਤ ਬ ਵਕਤ ਜਿਹੜਾ ਵੀ ਜੋ ਕੁਝ ਸਾਡੇ ਨਾਲ ਬੀਤ ਰਿਹਾ ਹੈ, ਜੋ ਹੋ ਰਿਹਾ ਹੈ, ਉਸ ਦੇ ਉੱਤੇ ਉਹਨੂੰ ਵਾਚ ਕਰਕੇ ਆਪਣਾ ਹਰ ਮਹੀਨੇ ਇੱਕ ਪੇਪਰ ਆਪਣੀ ਸੋਚ ਮੁਤਾਬਕ ਕੱਢਿਆ ਕਰਨ, ਜਿਹੜਾ ਪੰਥ ਵਿੱਚ ਵੰਡਿਆ ਜਾਏ ਵੀ ਇਸ ਤਰੀਕੇ ਨਾਲ ਅਸੀਂ ਚੱਲਣਾ, ਇੱਦਾਂ ਹੀ ਕਰਨਾ। ਪਰ ਉਨੀ ਦੇਰ ਤੱਕ, ਜਿੰਨੀ ਦੇਰ ਤੱਕ ਸਾਨੂੰ ਇਹ ਸਟੇਜ ਨਹੀਂ ਮਿਲਦੀ, ਅਸੀਂ ਇਹ ਚਾਹੁੰਦੇ ਹਾਂ ਵੀ ਪੰਥ ਵਿੱਚ ਇੱਕ ਨਵੀਂ ਜਾਗਰਤੀ ਆਏ। ਜਿਹੜਾ ਪੰਥ ਲੋਟੂ ਟੋਲਾ ਵਾ, ਜਿਹੜਾ ਪੰਥਕ ਬਣ ਕੇ ਲੋਕਾਂ ਅੱਗੇ ਵਿਚਰਦਾ ਵਾ, ਐਕਚੁਅਲੀ ਉਹ ਪੰਥਕ ਨਹੀਂ ਹੈਗਾ। ਔਰ ਪੰਥਕ ਵਿਅਕਤੀਆਂ ਦੇ ਖਿਲਾਫ ਉਹ ਪ੍ਰਚਾਰ ਕਰਦਾ, ਰੋਜ਼ ਉਹਨਾਂ ਦਾ ਧੂਆਂਧਾਰ ਪ੍ਰਚਾਰ ਹੁੰਦਾ। ਇਹ ਮਾੜਾ ਜਿਹੜਾ ਪੰਥਕ ਬੰਦਾ ਹੋਊ ਉਹਨੂੰ ਮਾੜਾ ਕਹਿਣਗੇ ਆਪਣੇ ਆਪ ਨੂੰ ਢੱਕਣ ਵਾਸਤੇ। ਤਾਂ ਅਸੀਂ ਉਹ ਚਾਹੁੰਦੇ ਹਾਂ ਵੀ ਇਹੋ ਜਿਹੇ ਲੋਕਾਂ ਦੇ ਬਾਰੇ ਸਿੱਖ ਪੰਥ ਨੂੰ ਦੱਸਿਆ ਜਾਵੇ ਤਾਂ ਕਿ ਸੰਗਤਾਂ ਪਹਿਚਾਣ ਸਕਣ ਵੀ ਇਹ ਲੋਕ ਜਿਹੜੇ ਉਹ ਨੇ ਜਿਹੜੇ ਸ਼ਹੀਦਾਂ ਦੇ ਪੈਸਾ ਖਾ ਖਾ ਇਹਨਾਂ ਦੇ ਢਿੱਡ ਨਹੀਂ ਭਰੇ, ਫਿਰ ਇਹਨਾਂ ਨੇ ਗੁਰੂ ਘਰ 'ਤੇ ਡਾਂਗਾਂ ਤਲਵਾਰਾਂ ਨਾਲ ਕਬਜ਼ੇ ਕਰ ਕਰ ਇਹਨਾਂ ਨੇ ਆਪਣੇ ਕੰਮ ਚਲਾਏ ਆ। ਫਿਰ ਇਹ ਲੋਕ ਅੱਜ ਵੀ ਆਪਣੇ ਆਪ ਨੂੰ ਪੰਥਕ ਬਣੇ ਹੋਏ ਨੇ ਔਰ ਲਹਿਰ ਦੇ ਖਿਲਾਫ ਬੋਲਦੇ ਨੇ। ਅਸੀਂ ਇਹਨਾਂ ਤੋਂ ਕਿਵੇਂ ਬਚ ਸਕਦੇ ਹਾਂ? ਇਹਦਾ ਇੱਕੋ ਹੀ ਤਰੀਕਾ, ਜਿਵੇਂ ਬਲ ਸਾਹਿਬ ਨੇ ਦੱਸਿਆ, ਜਿਹੜੀਆਂ ਦੂਜੀਆਂ ਪੰਥਕ ਜਥੇਬੰਦੀਆਂ ਉਹ ਇਹਨਾਂ ਨਾਲੋਂ ਨਾਤਾ ਤੋੜਨ। ਜਿੰਨਾ ਚੋਰ ਉਹ ਇਹਨਾਂ ਨਾਲੋਂ ਨਾਤਾ ਨਹੀਂ ਤੋੜਦੀਆਂ ਤੇ ਕੱਲ੍ਹ ਨੂੰ ਉਹਨਾਂ ਦੇ ਉੱਤੇ ਵੀ ਕਿੰਤੂ ਆ ਸਕਦਾ, ਕੁਐਸਚਨ ਮਾਰਕ ਆ ਸਕਦਾ। ਲੋਕ ਪੁੱਛਣਗੇ ਵੀ ਜੇ ਉਹ ਮਾੜੇ ਹੋ ਤੇ ਤੁਸੀਂ ਉਹਨਾਂ ਦੇ ਨਾਲ ਕਿਉਂ ਚੱਲਦੇ ਹੋ? ਉਹਨਾਂ ਦੇ ਨਾਂ ਤੇ ਇਸ਼ਤਿਹਾਰਾਂ ਦੇ ਨਾਲ, ਜਿੱਦਾਂ ਮੁਰਦੇ ਦੇ ਮੂੰਹ 'ਚ ਪਾਣੀ ਪਾਉਣ ਵਾਲੀ ਗੱਲ ਹੈ ਨਾ, ਇਹ ਪੰਥਕ ਜਥੇਬੰਦੀਆਂ ਉਹਨਾਂ ਨੂੰ ਤਗੜਿਆਂ ਕਰਦੀਆਂ ਨੇ ਹਮੇਸ਼ਾ ਹੀ। ਇਹਨਾਂ ਪੰਥਕ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਇਹਨਾਂ ਤੋਂ ਪਿਛਾਂਹ ਹੋ, ਇਹਨਾਂ ਨੂੰ ਤਗੜਿਆਂ ਨਾ ਕਰੋ, ਇਹਨਾਂ ਨੂੰ ਪਿੱਛੇ ਹਟ ਲੈਣ ਦਿਓ।
ਕਾਲ ਲੈ ਲਈ ਜੀ। ਲਓ ਜੀ। ਹੈਲੋ, ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ। ਗਰੋ ਸਾਹਿਬ ਕਿੱਦਾਂ? ਮਹਾਰਾਜ ਇਹ ਜਿਹੜੇ ਗਦਾਰ ਆ ਨਾ, ਹਾਂਜੀ, ਇਹਨਾਂ ਨੇ ਸੰਤਾਂ ਦੇ ਨਾਲ ਹੁਣ ਮੇਲ ਵਿਲਾਪ ਕਰ ਲਿਆ। ਅੱਛਾ ਜੀ। ਉਹਨਾਂ ਨੂੰ ਇੱਥੇ ਟੈਲੀਵਿਜ਼ਨ ਚਾਹੀਦਾ ਹੁੰਦਾ, ਇੱਕ ਟੈਲੀਵਿਜ਼ਨਾਂ ਤੇ ਇਹਨਾਂ ਨੇ ਕਰ ਲਿਆ, ਹੱਕ ਜਮਾ ਲਿਆ। ਇੱਕ ਸੰਤ ਇੱਕ ਇਕੱਠੇ ਹੋ ਗਏ ਜਿੱਦਾਂ। ਹਾਂਜੀ ਹਾਂਜੀ ਦੇਖੋ ਹੁਣ ਜਦੋਂ ਸੰਤ ਆਉਂਦੇ ਆ ਉਹਨਾਂ ਨੂੰ ਉਹ ਤੋਂ ਸਭ ਤੋਂ ਵੱਡੀ ਜਿਹੜੀ ਕਾਰ ਹੋਊ ਏਰੀਏ ਦੇ ਵਿੱਚ, ਉਹਦੇ ਵਿੱਚ ਸੰਤ ਆਊ। ਅੱਛਾ ਜੀ, ਮਾੜੀ ਕਾਰ 'ਚ ਨਹੀਂ ਇਹ ਆਉਂਦੇ। ਠੀਕ ਹੈ ਜੀ। ਰੋਲਸ ਰੋਇਸ ਹੋਈ, ਵੱਡੀ ਤੋਂ ਵੱਡੀ ਮਸੇਰੀ ਜਾਊ। ਪਰ ਲੋਕ ਨਾ, ਤੁਸੀਂ ਇਹ ਤਾਂ ਮੈਂ ਅੱਗੇ ਤਾਂ ਮਾੜਾ ਮੋਟਾ ਪੈਰ ਹੱਥ ਲਾ ਦਿੰਦੇ ਹੁੰਦੇ ਸੀ ਨਾ, ਹਾਂਜੀ ਹੁਣ ਤਾਂ ਮੈਂ ਏਦਾਂ ਜਿੱਦਾਂ ਨਹੀਂ ਸਿਰ ਪਰੋਸਦੇ ਹੁੰਦੇ ਸੀ ਪੁਰਾਣੇ ਬੁੱਢੇ, ਸਿਰ ਤੇ ਹੱਥ ਰੱਖ ਕੇ ਏਦਾਂ ਪੈਰ ਤੇ ਹੱਥ ਰੱਖ ਕੇ ਫੇਰਦੇ ਇਹਨਾਂ ਦੇ। ਅੱਛਾ ਜੀ। ਇੱਥੇ ਸੰਤ ਮੈਂ ਦੇਖਿਆ ਇੱਕ, ਉਹ ਨਾ ਪੈਸੇ ਜਿੱਦਾਂ ਫੜਾਏ, ਮੈਂ ਖਰੇ ਗੱਲ ਅੱਗੇ ਕੀਤੀ ਵੀ ਸੀ, ਉਹਨਾਂ ਨੇ ਪੈਸੇ ਫੜਾਏ ਨਾ ਇਹਨਾਂ ਨੂੰ ਜਦੋਂ, ਉਹਨੇ ਏਦਾਂ ਲੋਕੇ ਜਿਹੇ ਫੜ ਕੇ ਪੈਸੇ ਸਾਈਡ ਤੇ ਜੇਬ ਚ ਪਾਏ। ਹਾਂਜੀ, ਤਾਂ ਕੋਈ ਦੇਖੇ ਨਾ। ਸੱਚਿਓ ਸਿੱਧੇ ਆਦਮੀ ਸਿੱਧੇ ਪੈਸੇ ਫੜੋ ਬੰਦਿਆਂ ਨੂੰ, ਜਿੱਦਾਂ ਬੰਦੇ ਪਤਾ ਲੁਕੋ ਕੇ ਜਿੱਦਾਂ। ਹਾਂਜੀ, ਇਹ ਸੰਤਾਂ ਦਾ ਹਾਲ ਆ। ਇਹ ਸੰਤਾਂ ਦੇ ਨਾਲ ਪੈਸੇ ਇਹਨਾਂ ਦੇ ਨਾਲ ਰਲ ਗਏ। ਹਾਂਜੀ, ਉਹਨਾਂ ਨੂੰ ਵੀ ਇੱਥੇ ਚਾਹੀਦਾ ਹੁੰਦਾ ਠੱਗ ਠਗਾ, ਜਿੱਦਾਂ ਬੰਦੇ ਜਗ੍ਹਾ ਚਾਹੀਦੀ ਹੁੰਦੀ ਆ ਬੋਲਣ ਨੂੰ, ਲੋਕ ਐਡਵਰਟਾਈਜ਼ ਕਰਨ ਨੂੰ, ਬੰਦੇ ਇਕੱਠੇ ਕਰਨ ਨੂੰ, ਉਹਨਾਂ ਨੇ ਵੀ ਪੈਸਾ ਬਣਾਉਣਾ, ਪੈਸਾ ਇਹਨਾਂ ਨੇ ਵੀ ਬਣਾਉਣਾ। ਠੱਗੀ ਦੀ ਦੋਸਤੀ ਹੋ ਗਈ ਨਾ, ਇਹ ਹਾਜ਼ਰ ਕਰਿਆ। ਹਾਂਜੀ, ਇਹਦਾ ਇਲਾਜ ਕੀ ਹੈ? ਗਰੋ ਸਾਹਿਬ ਤੁਸੀਂ ਬਿਮਾਰੀ ਦੱਸ ਦਿੰਦੇ, ਇਲਾਜ ਨਹੀਂ ਦੱਸਦੇ। ਤੁਸੀਂ ਨਾ ਪਿੱਛੇ ਹਟਿਓ, ਬਾਕੀ ਫਿਰ ਦੇਖਦੇ ਨਹੀਂ ਅਸੀਂ ਤੇ ਵੀ ਦੇਖੋ ਗੱਲ ਸੁਣੋ, ਸਾਡਾ ਜਿਹੜਾ ਨਾ ਪਿਛੋਕੜ ਹੀ ਏਡਾ, ਸਾਡਾ ਪਿੱਛੇ ਕੁੰਡਾ ਅੜਿਆ ਹੈ ਨਾ, ਅਸੀਂ ਜਿੱਥੇ ਕਿਤੇ ਆ ਚੁੱਕੇ ਆ ਨਾ, ਉਹ ਸਾਨੂੰ ਇੱਥੋਂ ਕਾ ਸਿੱਧਾ ਹੀ ਰਾਹ ਆ। ਮਤਲਬ ਇਹ ਇੰਨਾ ਕੁ ਯਕੀਨ ਸਾਨੂੰ ਵੀ ਹੈਗਾ ਤੁਹਾਡੇ ਤੇ, ਮਤਲਬ ਫਿਰ ਤਾਂ ਹੀ ਤਾਂ ਜਿੱਦਾਂ ਕਲੂਹਾ। ਗਰੇਵਾਲ ਸਾਹਿਬ ਅਸੀਂ ਕਹਿੰਦੇ ਵੀ ਤੁਸੀਂ ਬਿਮਾਰੀ ਦੱਸ ਦਿੰਦੇ, ਇਲਾਜ ਕੀ ਹੈ ਇਹਦਾ? ਇਲਾਜ ਇਹਦਾ ਜੀ ਇੱਕੋ ਹੀ ਆ, ਇਹ ਖਤਮ ਹੋਣਗੇ ਇੱਥੇ ਇੰਗਲੈਂਡ ਦੇ ਵਿੱਚ ਤਾਂ ਇਹਨਾਂ ਦਾ ਇਲਾਜ ਹੋ ਜਾਊਗਾ ਛੇਤੀ, 15-20 ਸਾਲਾਂ ਚ ਹੋ ਜਾਊ। ਜਦੋਂ ਇਹ ਮੁੱਕ ਜਾਣਗੇ, ਜਿਹੜੇ ਇੱਥੇ ਦੇ ਮੁੰਡੇ ਆ ਨਾ, ਜਿਹੜੇ ਇੱਥੇ ਜੰਮੇ ਪਲੇ ਆ, ਜਦੋਂ ਉਹਨਾਂ ਨੂੰ ਇਹ ਤਾਂ ਹੀ ਨਹੀਂ ਮੂਹਰੇ ਆਉਣ ਦਿੰਦੇ, ਉਹਨਾਂ ਤੋਂ ਝੂਠ ਨਹੀਂ ਬੋਲਦੇ ਉਹ। ਉਹਨਾਂ ਦੇ ਮਤਲਬ ਘੱਟ ਹੈ ਹੋਣਗੇ ਜਿਹੜੇ ਇੱਕ ਦੋ ਬਾਲੇ ਜਿਹਾ, ਇਹਨਾਂ ਦੀ ਪਾਲਿਸੀ ਕੋਈ ਏਦਾਂ ਦੀ ਇਹ ਅਪਣਾ ਲੈਣਗੇ ਵੀ ਜਿਹਦੇ ਵਿੱਚ ਉਹਨਾਂ ਨੂੰ ਵੀ ਪਿੱਛੇ ਲਾ ਲੈਣ, ਫੇਰ ਕੰਮ ਖਰਾਬ ਹੋਣਾ। ਹਾਲੇ ਤਾਂ ਜਦੋਂ ਇਹ ਮੁੱਕ ਜਾਣਗੇ, ਖਤਮ ਹੋ ਜਾਣਗੇ, ਹੋਰ ਜਿਹੜੇ ਇੰਡੀਆ। ਪਰ ਤੁਸੀਂ ਕਹਿੰਦੇ 15-20 ਸਾਲ ਇਹਨਾਂ ਦਾ ਹੋਰ ਲੁੱਟ ਖਸੁੱਟ ਚੱਲਦੀ ਰਹੂ। ਇਸ ਹਿਸਾਬ ਨਾਲ ਗਦਾਰੀ ਦਾ ਜਨਮ ਉੱਥੋਂ ਇਹ ਨਾਲ ਲੈ ਕੇ ਆਏ, ਉੱਥੇ ਜੰਮੇ, ਉੱਥੋਂ ਨਾਲ ਲੈ ਕੇ ਆਏ। ਇੱਥੇ ਗਦਾਰੀ ਪੈਦਾ ਨਹੀਂ ਹੋਣੀ। ਠੀਕ ਹੈ ਜੀ। ਇੱਥੇ ਗਦਾਰੀ ਜਿਹੜੀ ਬਾਹਰ ਆ ਉਹ ਮੁੱਕ ਜੂ। ਹਾਂਜੀ, ਨਹੀਂ ਅਸੀਂ ਤਾਂ ਪਹਿਲੇ ਚਾਹੁੰਦੇ ਹਾਂ ਜੀ, ਅਸੀਂ ਤਾਂ ਸੰਗਤਾਂ ਨੂੰ ਹੁਣ ਅਪੀਲ ਕਰਨਾ ਚਾਹੁੰਦੇ ਹਾਂ ਕਿ ਉਹ ਇਹਨਾਂ ਦਾ ਪਿੱਛਾ ਛੱਡਣ, ਨਵੀਂ ਸਿੱਖ ਜਥੇਬੰਦੀ ਬਣਾਉਣ ਜਿਹੜੀ ਕਿ ਸਿੱਖੀ ਲੀਹਾਂ ਦੇ ਉੱਤੇ ਚੱਲੇ। ਮਹਾਰਾਜ ਨਵੇਂ ਸਿੱਖਾਂ ਦੀ ਸਹੀ ਸਿੱਖ ਬੰਦੀ ਚਾਹੀਦੀ ਹੈ, ਨਵੀਂ ਪੁਰਾਣੀ ਜਿਹੜੀ ਮਰਜ਼ੀ ਹੋਵੇ ਸਹੀ ਚਾਹੀਦੀ ਹੈ। ਪੁਰਾਣਿਆਂ ਦਾ ਚੰਗਿਆਂ ਦਾ ਜੋੜ ਹੋਵੇ, ਉਹਦੇ ਵਿੱਚੋਂ ਨਵਾਂ ਕੇਂਦਰ ਪੈਦਾ ਕਰੋ ਇੱਕ। ਹਾਂਜੀ, ਇਹ ਲਾਓ ਹਿਸਾਬ ਕਿਤਾਬ ਜੀ, ਤੁਸੀਂ ਤੁਹਾਡੇ ਨਾਲ ਹਿਸਾਬ ਕਿਤਾਬ ਤੇ ਆਪਾਂ ਲਾਉਣਾ ਪੈਣਾ, ਕਿਉਂਕਿ ਅਸੀਂ ਤਾਂ ਜ਼ਿੰਦਗੀ ਦੇ ਵਿੱਚ ਜਿਹੜਾ ਸੰਘਰਸ਼ ਆ ਨਾ, ਦੇਖੋ ਆਮ ਤੌਰ ਤੇ ਆਉਂਦਾ ਸੰਤ ਜਰਨੈਲ ਸਿੰਘ ਨੂੰ ਜਿਹੜਾ ਆਰੰਭਿਆ ਸੰਘਰਸ਼ ਉਹਨੂੰ ਅਸੀਂ ਲੈ ਕੇ ਤੁਰੇ ਆ, ਔਰ ਇਹ ਸੰਘਰਸ਼ ਜਿਹੜਾ ਹੈ ਨਾ ਉਹਨਾਂ ਨਿਸ਼ਾਨਿਆਂ ਤੇ ਉਸੇ ਹਿਸਾਬ ਨਾਲ ਹੀ ਗਾਂਹ ਤੁਰਨਾ ਹੈ। ਜਿਹੜੇ ਬੰਦੇ ਨੇ ਗਦਾਰੀ ਕੀਤੀ ਉਹਨੂੰ ਲੱਭੇ ਕਰਨਾ ਪਊ ਉਹਨਾਂ ਨੂੰ। ਅਸੀਂ ਕਿਤੇ ਦੁਬਾਰਾ ਇਹਨਾਂ ਗਦਾਰਾਂ ਦੀ ਖਾਤਰ ਥੋੜਾ ਜੰਮਣਾ ਕੌਮ ਦੀ। ਔਖੇ ਹੁੰਦੇ ਆ ਕਰਕੇ ਲੋਕ ਬਾਹਲਾ ਜ਼ਿੰਮੇਵਾਰੀ ਲੈਣੀ ਨਹੀਂ ਜੋ ਜ਼ਿੰਮੇਵਾਰੀ। ਗਰੇਵਾਲ ਸਾਹਿਬ ਏਦਾਂ ਨਾ ਵੀ ਅਸੀਂ ਸਿੱਖ ਪੰਥ ਦੀ ਆਜ਼ਾਦੀ ਦੇ ਵਾਸਤੇ ਤੇ ਬਾਰ-ਬਾਰ ਜਨਮ ਲੈ ਸਕਦੇ ਹਾਂ, ਪਰ ਗਦਾਰਾਂ ਨੂੰ ਖਤਮ ਕਰਦਾ ਵੀ ਠੇਕਾ ਜਿਹੜਾ ਨਾ, ਇਹ ਤੇ ਸਾਨੂੰ ਹੁਣੇ ਹੀ ਖਤਮ ਕਰਨਾ ਪਊਗਾ ਨਾ। ਇਹਨਾਂ ਦਾ ਪ੍ਰਚਾਰ ਏਦਾਂ ਇੱਕ ਦੋ ਪ੍ਰੋਗਰਾਮ ਹੋਰ ਚਲਾ ਦਈਏ ਕਿਤੇ, ਥੋੜਾ ਜਿਹਾ ਇਹਨਾਂ ਤੋਂ ਪਿੱਛਾ ਛਡਾਉਣਾ ਪੈਣਾ ਹੈ। ਦੇਖੋ ਸੰਗਤਾਂ ਨੂੰ ਤਾਂ ਅਸੀਂ ਦੱਸੀ ਜਾਵਾਂਗੇ ਜੀ, ਇਹ ਦੱਸਣਾ ਪਏਗਾ ਸਾਨੂੰ। ਪਹਿਲੀ ਤਾਂ ਗੱਲ ਹੈ ਇਹਨਾਂ ਨੂੰ ਢੁਕਵੀਂ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਪਬਲਿਕ ਫੀਲਡ ਦੇ ਵਿੱਚ, ਵੀ ਇਹਨਾਂ ਲੋਕੀ ਮੂੰਹ ਨਾ ਲਾਉਣ ਵੀ ਇਹਨਾਂ ਇੰਨੇ ਸਾਲ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਨੂੰ ਜਾਣ ਬੁੱਝ ਕੇ ਰੋਲਿਆ, ਏਜੰਸੀਆਂ ਦੇ ਤੌਰ ਤੇ ਕਾਇਮ ਹੋ ਕੇ ਰੋਲਿਆ ਇਹਨਾਂ ਨੇ। ਉਹ ਸਾਰੀ ਮੈਨੂੰ ਇੱਕ ਚੇਤਾ ਕਿ ਮੈਂ ਤੁਹਾਨੂੰ ਗੱਲ ਦੱਸਣੀ ਸੀ। ਅੱਗੇ ਤੁਸੀਂ ਕਹਿੰਦੇ ਸੀ ਨਾ ਵੀ ਇਹ ਕਹਿੰਦੇ ਰਹੇ ਵੀ ਪਿੰਡਾਂ ਵਾਲੇ ਜੀਂਦੇ ਆ। ਹਾਂਜੀ ਹਾਂਜੀ। ਇੱਥੇ ਵਾਲ ਸਾਹਿਬ ਦਾ ਇੱਕ ਡਾਕਟਰ ਸੀਗਾ। ਹਾਂਜੀ। ਤੇ ਉਹਨੇ ਰੇਪ ਰੂਪ ਦਾ ਕੇਸ ਸੀ, ਜਾਨੀ ਅਸਾਲਟ ਦਾ ਏਦਾਂ ਦਾ ਕੋਈ ਕੇਸ ਸੀ, ਉਹਨੂੰ ਜੇਲ੍ਹ ਹੋ ਗਈ। ਹਾਂਜੀ। ਅੱਛਾ, ਉਹ ਲੋਕਾਂ ਨੂੰ ਕਵੇ ਸਾਡੇ ਕੋਲੇ ਆਏ ਆ ਪਿੰਡਾਂ ਵਾਲੇ ਜੀਂਦੇ ਆ, ਉਹ ਪਾਕਿਸਤਾਨ 'ਚ। ਉਹ ਮੈਂ ਕਿਹਾ ਯਾਰ ਤੂੰ ਏਦਾਂ ਕਰ, ਕਮ ਸੇ ਕਮ ਤੈਨੂੰ ਜਿਹੜੇ ਕੰਮ 'ਚ ਤੈਨੂੰ ਜੇਲ੍ਹ ਹੋਈ ਆ ਵੀ ਤੂੰ ਕਮ ਸੇ ਕਮ 9 ਦਾ ਨਾ ਲੈ, ਉਹਦਾ ਬੰਦੇ ਦਾ ਏਡੇ ਵੱਡੇ ਬੰਦੇ ਦਾ ਵੀ ਲੋਕ ਕੀ ਸੋਚਣਗੇ ਵੀ ਤੂੰ ਸੰਤਾਂ ਦਾ ਚੇਲਾ, ਚਾਹੇ ਨਹੀਂ ਵੀ ਚੇਲਾ, ਚਾਹੇ ਗਦਾਰ ਹੀ ਜਿੱਦਾਂ ਵੀ ਹੈਗਾ। ਪਰ ਲੇਕਿਨ ਮੈਂ ਕਿਹਾ ਯਾਰ ਤੇਰੇ ਮੂੰਹੋਂ ਇਹ ਗੱਲ ਚੰਗੀ ਨਹੀਂ ਲੱਗਦੀ। ਆਹ ਸਾਈਦੀ ਨਹੀਂ। ਉਹ ਮੈਨੂੰ ਕਹਿੰਦਾ ਤੈਨੂੰ ਬੋਲਣਾ ਨਹੀਂ ਆਉਂਦਾ। ਲੈ ਦੱਸ,
ਇਹਨਾਂ ਦੇ ਇਦਾਂ ਦੇ ਕਈ ਬੰਦੇ ਹੋਏ ਜੀ। ਜੇਲ੍ਹ ਹੋਈ ਕਿਤੇ ਜਨਾਨੀ ਨੂੰ ਨਾ ਬੇਹੋਸ਼ੀ ਦਾ ਗੋਲੀ ਗਾਲੀ ਦੇ ਕੇ ਟੀਕਾ ਲਾ ਕੇ ਕੁਛ ਮਤਲਬ ਗਲਤ ਕੁਛ ਕੀਤਾ ਉਹਨੇ। ਇਹਨਾਂ ਦੇ ਪਾਪੀ ਬੰਦੇ ਜਿਹੜੇ ਉਹਨੇ ਐਨਕਾਂ ਲਾਈਆਂ, ਪੱਗ ਬੰਨੀ, ਉਹਦੇ ਪੂਰੀ ਦਾੜੀ ਰੱਖੀ, ਪੂਰਾ ਦਾੜਾ ਉਹਦੇ ਜਿੱਦਾਂ। ਠੀਕ ਹੈ ਜੀ। ਉਹ ਕਹੀ ਜਾਵੇ ਕਿ ਸਾਡੇ ਬੰਦੇ ਆ ਜਿਹੜੇ ਉਹ ਮਿਲ ਕੇ ਆਏ ਆ ਪਾਕਿਸਤਾਨ ਦੇ ਵਿੱਚ। ਦੇਖ ਲਓ, ਝੂਠ ਜਿੰਨਾ ਮਰਜ਼ੀ ਪੰਥ ਨਾਲ ਬੋਲੀ ਜਾਓ ਜੀ, ਲੋਕੀ ਫਿਰ ਕਈ ਵਾਰ ਸੋਚ ਲੈਂਦੇ ਆ ਖਰੇ ਜਿਹੜੇ ਮਿਲ ਕੇ ਆਏ ਉਹ ਠੀਕ ਹੋਣਗੇ, ਪਰ ਅੱਜ ਤਾਂ ਪਤਾ ਲੱਗ ਗਿਆ ਡਾਕਟਰ ਫਿਰ ਉਹਨੂੰ ਦੇ ਲੋ ਇਸ ਕੰਮ ਦੇ ਵਿੱਚ ਜੇਲ੍ਹ ਹੋਈ। ਹਾਂਜੀ। ਲੋਕਾਂ ਨੂੰ ਫਿਰ ਉਹਨੂੰ ਡਾਕਟਰ ਸਾਹਿਬ ਕਰਦੇ ਹੋਏ ਮਗਰ ਤੁਰੇ ਪੈ ਕਰਨ। ਅੱਛਾ ਜੀ, ਚੰਗਾ ਜੀ, ਫਿਰ ਸਹੀ। ਓਕੇ ਜੀ, ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਬਲਸਰ ਦੇ ਵੇਖੋ ਲੋਕੀ ਦੱਸਦੇ ਨੇ, ਹੁਣ ਇਹੋ ਜਿਹੇ ਜਿਹੜੇ ਬੰਦੇ ਆ ਜਿਨ੍ਹਾਂ ਦਾ ਕੋਈ ਕਿਰਦਾਰ ਨਹੀਂ, ਹਾਂਜੀ, ਤੁਸੀਂ ਕੀ ਸਮਝੋ ਇਹੋ ਜਿਹੇ ਜਿਹੜੇ ਬੰਦੇ ਆ ਉਹ ਉਹਨਾਂ ਨੂੰ ਇਹ ਨਾਲ ਕਿਉਂ ਜੋੜਦੇ ਰਹੇ? ਕਿਉਂਕਿ ਇਹ ਆਪ ਗੰਦੇ ਆ ਤਾਂ ਕਰਕੇ। ਜਿਹੜਾ ਪੁਰਾਣਾ ਇਤਿਹਾਸ ਵੀ ਸਿੱਖਾਂ ਦਾ ਰਿਹਾ ਨਾ, ਹਾਂਜੀ, ਸਿੱਖਾਂ ਨੇ ਪੰਥਕ ਤੌਰ ਤੇ ਪੇੜ ਕਦੇ ਨਹੀਂ ਛੱਡਿਆ। ਹਾਂਜੀ। ਇਸ ਕਰਕੇ ਉਦੋਂ ਵੀ ਜਦੋਂ ਸਿੱਖ ਲੜਦੇ ਰਹੇ ਆ, ਸਿੱਖਾਂ ਦੇ ਵਿੱਚ ਗਦਾਰ ਉਦੋਂ ਵੀ ਰਹੇ। ਧਿਆਨ ਸਿੰਘ ਡੋਗਰੇ ਦੀ ਲਾਈਨ ਜਿਹੜੀ ਪਹਿਲਾਂ ਤੋਂ ਚੱਲੀ ਆਈ ਨਾ, ਹਾਂਜੀ, ਤੇ ਇੱਕ ਸਿੱਖਾਂ ਨੇ ਆਪਣਾ ਨਿਸ਼ਾਨਾ ਕਦੇ ਨਹੀਂ ਛੱਡਿਆ। ਹਾਂਜੀ। ਸਿੱਖ ਗਦਾਰਾਂ ਦੀ ਪਛਾਣ ਕਰਦੇ ਰਹੇ ਆ। ਹਾਂਜੀ। ਸਿੱਖ ਪੰਥ ਉੱਠ ਕੇ। ਹਾਂਜੀ, ਇਹ ਕਾਲ ਹੈ ਜੀ। ਹਾਂਜੀ, ਹੈਲੋ ਹੈਲੋ। ਦੋ ਗੱਲਾਂ ਰਹਿ ਗਈਆਂ ਸਨ। ਹਾਂਜੀ, ਆਜੋ ਦੱਸੋ ਜੀ। ਉਹ ਇਸ ਤਰ੍ਹਾਂ ਹੈ ਬਈ, ਇੱਕ ਤਾਂ ਦੇਖੋ, ਜਦੋਂ ਜਿਵੇਂ ਤੁਸੀਂ ਗੱਲ ਵੀ ਕਰ ਰਹੇ ਹੋ, ਬੜੀ ਸੋਹਣੀ ਗੱਲ ਕਰ ਰਹੇ ਹੋ ਕਿ ਸਾਨੂੰ ਇੱਕ ਇਸ ਵੇਲੇ ਇੰਗਲੈਂਡ ਦੀ ਇੱਕ ਨੁਮਾਇੰਦਾ ਜਿਹੜੀ ਹੈ ਜਥੇਬੰਦੀ, ਅੰਬਰੇਲਾ ਆਰਗੇਨਾਈਜੇਸ਼ਨ ਕਹਿ ਲਓ, ਉਹਦੀ ਜ਼ਰੂਰਤ ਹੈ। ਉਸ ਜ਼ਰੂਰਤ ਵਾਸਤੇ ਪਰ ਦੋ ਗੱਲਾਂ ਬੜੀਆਂ ਜ਼ਰੂਰੀ ਨੇ। ਨੰਬਰ ਇੱਕ ਤਾਂ ਜਿਹੜੇ ਥਰਡ ਏਜੰਸੀ ਦੇ ਨਾਲ ਸੰਬੰਧਿਤ ਨੇ, ਭਾਵੇਂ ਪਹਿਲਾਂ ਸੀ ਜਾਂ ਬਾਅਦ ਚ ਬਣ ਗਏ ਜਾਂ ਪੁਲਿਸ ਕੈਟ ਨੇ, ਇਹਨਾਂ ਨੂੰ ਐਕਸਕਲੂਡ ਕਰਨਾ ਚਾਹੀਦਾ ਹੈ। ਇਹ ਉਸ ਜਥੇਬੰਦੀ ਚ ਨਹੀਂ ਆਉਣੇ ਚਾਹੀਦੇ। ਬਿਲਕੁਲ ਠੀਕ ਹੈ ਕਿ ਜਿਹੜੇ ਸੰਜੀਦਾ ਬੰਦੇ ਇਹਨਾਂ ਚ ਬੈਠੇ ਹੈਗੇ ਆ, ਮੈਂ ਜਾਣਨਾ ਹੈਗੇ ਆ, ਔਰ ਫਸੇ ਬੈਠੇ ਆ ਕਿਉਂਕਿ ਉਹਨਾਂ ਕੋਲ ਆਊਟਲੈਟ ਕੋਈ ਨਹੀਂ ਹੈ। ਠੀਕ ਹੈ ਜੀ। ਤੁਸੀਂ ਅੱਜ ਜਿਹੜੀ ਗੱਲ ਛਿੜੀ ਹੈ, ਇਹ ਇੱਕ ਆਊਟਲੈਟ ਦੇ ਦਿੱਤਾ ਹੈ, ਇੱਕ ਬਹੁਤ ਵਧੀਆ ਸਿਗਨਲ ਦਿੱਤਾ ਹੈ ਕਿ ਤੁਸੀਂ ਭਾਈ ਇਸ ਜਿਹੜਾ ਪਾਪ ਦੇ ਦੁਨੀਆ ਵਿੱਚੋਂ ਨਿਕਲ ਕੇ ਆ ਕੇ ਗੁਰੂ ਦੀ ਦੁਨੀਆ ਵਿੱਚ ਆਓ। ਜਿਹੜੇ ਗੁਰੂ ਨੂੰ ਛੱਡੀ ਬੈਠੇ ਨੇ, ਜਿਹੜੇ ਸ਼ਹੀਦਾਂ ਨੂੰ ਛੱਡੀ ਬੈਠੇ ਨੇ, ਜਿਹੜੇ ਨਿਸ਼ਾਨੇ ਨੂੰ ਛੱਡੀ ਬੈਠੇ ਨੇ, ਜਿਹੜੇ ਸੱਚ ਨੂੰ ਛੱਡੀ ਬੈਠੇ ਨੇ, ਇਨਸਾਫ ਨੂੰ ਛੱਡੀ ਬੈਠੇ ਨੇ, ਉਹਨਾਂ ਨੂੰ ਛੱਡ ਕੇ ਆਓ ਸੱਚ ਦੇ ਰਸਤੇ ਤੇ। ਸੱਚ ਦੇ ਰਸਤੇ ਤੇ ਤੁਹਾਨੂੰ ਗੁਰੂ ਜਿਹੜਾ ਹੈ ਦੋ ਪੈਂਡੇ ਅੱਗੇ ਆ ਕੇ ਮਿਲਦਾ ਹੈ। ਸੋ ਇਸ ਕਰਕੇ ਇਹਨਾਂ ਡੋਗਰਿਆਂ, ਪੁਲਿਸ ਕੈਟਾਂ, ਥਰਡ ਏਜੰਸੀ ਦੇ ਬੰਦਿਆਂ ਤੋਂ, ਠੱਗਾਂ ਤੋਂ ਪਿੱਛਾ ਛੁਡਾ ਕੇ ਦਰਾਣਾ ਜ਼ਰੂਰੀ ਹੈ। ਦੂਜੀ ਗੱਲ, ਮੀਰੀ ਪੀਰੀ ਗੁਰਦੁਆਰਾ ਇੱਕ ਤੁਹਾਡੇ ਕੋਲ ਬੜਾ ਵਧੀਆ ਸੈਂਟਰ ਹੈ। ਮੈਂ ਤਾਂ ਹੈਰਾਨ ਹਾਂ ਵੀ ਤੁਹਾਨੂੰ ਅਕਾਲ ਪੁਰਖ ਨੇ ਬਹੁਤ ਸੋਹਣਾ ਜਿਹੜਾ ਸਾਈਟ ਦੇ ਦਿੱਤਾ ਹੈ, ਜਗ੍ਹਾ ਬਹੁਤ ਸ਼ਾਨਦਾਰ ਦਿੱਤੀ ਹੈ, ਕਿਉਂਕਿ ਸਾਊਥ ਹਾਲ ਬਰੋਡਵੇ ਤੋਂ ਵਧੀਆ ਕਿਹੜੀ ਜਗ੍ਹਾ ਹੋ ਸਕਦੀ ਹੈ ਸਾਰੇ ਇੰਗਲੈਂਡ ਵਿੱਚ ਸਿੱਖਾਂ ਵਾਸਤੇ। ਤੋ ਇਹਨੂੰ ਇੱਕ ਹੈਡਕੁਆਟਰ ਬਣਾਉਣਾ ਚਾਹੀਦਾ ਨਵੀਂ ਆਰਗੇਨਾਈਜੇਸ਼ਨ ਦਾ। ਔਰ ਇੱਥੇ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ। ਟੀਵੀ ਤਾਂ ਤੁਹਾਡੇ ਕੋਲ ਹੈ ਹੀ ਹੈ, ਇਸ ਤੋਂ ਇਲਾਵਾ ਦੋ ਚੀਜ਼ਾਂ ਦੀ ਜ਼ਰੂਰਤ ਹੈ। ਇੱਕ ਆਪਣਾ ਏਜੰਡਾ ਬਣਾਓ, ਸਾਰਿਆਂ ਕੋਲ ਸੁਝਾਵਾਂ ਲੈ ਕੇ, ਉਹਨਾਂ ਸਾਰੇ ਸੁਝਾਵਾਂ ਨੂੰ ਸਾਹਮਣੇ ਰੱਖ ਕੇ ਇੱਕ ਆਪਾਂ ਜਿਹੜੀ ਏਪੈਕਸ ਕਮੇਟੀ ਕਹਿ ਲਓ ਜਾਂ ਜਿਹੜੀ ਕਿ ਜਿਹੜੀ ਸੈਂਟਰਲ ਗਰੁੱਪ ਹੈ, ਹਾਂਜੀ, 3-4 ਜਣੇ ਬੈਠ ਕੇ ਉਹ ਏਜੰਡਾ ਜਿਹੜਾ ਨਾ ਚੁਣਨ। ਨਾਲੇ ਏਜੰਡੇ 'ਚ ਆਪਾਂ ਐਡ ਕਰ ਸਕਦੇ ਹਾਂ, ਬਾਅਦ ਵਿੱਚ ਵੀ ਸੁਧਾਰ ਵੀ ਕਰ ਸਕਦੇ ਹਾਂ। ਏਜੰਡਾ ਜਿਹੜਾ ਲੋਕਾਂ ਨੂੰ ਆਪਾਂ ਦਿਆਂਗੇ ਤੇ ਤਾਂ ਲੋਕਾਂ ਨੂੰ ਸਮਝ ਆਏਗੀ। ਦੂਸਰੀ ਗੱਲ, ਇੱਕ ਵੈਬਸਾਈਟ ਤੁਹਾਡਾ ਜਿਹੜਾ ਬਹੁਤ ਜ਼ਰੂਰੀ ਹੈ, ਯਾਨੀ ਐਜੂਕੇਟ ਕਰਨਾ ਬੜਾ ਜ਼ਰੂਰੀ ਹੈ। ਐਜੂਕੇਟ ਕਰਨ ਵਾਸਤੇ ਟੀਵੀ ਤੋਂ ਵਧੀਆ ਸੋਰਸ ਕੋਈ ਨਹੀਂ, ਰੇਡੀਓ ਤੋਂ ਵਧੀਆ ਸੋਰਸ ਕੋਈ ਨਹੀਂ। ਹਾਲਾਂਕਿ ਟੀਵੀ ਤੇ ਰੇਡੀਓ ਜਿਹੜੇ ਨੇ ਉਹ ਇਹਨਾਂ ਨੇ ਕਬਜ਼ੇ 'ਚ ਕੀਤੇ ਨੇ, ਸਾਧਾਂ ਨੇ ਜਾਂ ਪੈਸੇ ਇਕੱਠੇ ਕਰਨ ਵਾਲਿਆਂ ਠੱਗਾਂ ਦੇ ਜਿਹੜੇ ਨੇ ਬਿਜ਼ਨਸ ਤੇ ਕੰਸਰਨ, ਜਿਹੜਾ ਜੋ ਮਰਜ਼ੀ ਇਹਨਾਂ ਨੂੰ ਕਹਿ ਲਓ, ਯਾਨੀ ਕਿ ਇਹ ਸਿੱਖ ਵਿਰੋਧੀ ਜਿਹੜੇ ਨਾ ਸਿੱਖੀ ਦਾ ਤੇ ਕੰਮ ਸਿੱਖੀ ਦਾ ਉਲਟ ਕਰ ਰਹੇ ਨੇ। ਤੋਂ ਪਰ ਚਲੋ ਸ਼ੁਕਰ ਹੈ ਤੁਹਾਡੇ ਕੋਲ ਟੀਵੀ ਹੈ। ਇੱਕ ਵੈਬਸਾਈਟ ਦੀ ਬੜੀ ਜ਼ਰੂਰਤ ਹੈ ਔਰ ਇੱਕ ਲਿਟਰੇਚਰ ਦੀ। ਆਪਾਂ ਚਲੋ ਜੇਕਰ ਨਿਊਜ਼ ਪੇਪਰ ਨਹੀਂ ਕੱਢ ਸਕਦੇ ਤੇ ਆਪਾਂ ਘੱਟੋ ਘੱਟ ਇੱਕ ਨਿਊਜ਼ ਲੈਟਰ ਕੱਢ ਸਕਦੇ ਹਾਂ ਮਹੀਨੇ 'ਚ ਇੱਕ ਵਾਰੀ, ਜਿਹੜੀ ਹੈ ਜਿਹਦੇ 'ਚ ਭਾਵੇਂ 4 ਪੇਜ ਦੀ, 8 ਪੇਜ ਦੀ, 10 ਪੇਜ ਦੀ ਹੋਵੇ, ਲੋਕਾਂ ਨੂੰ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਉਹਦੇ ਬਾਰੇ ਦੱਸਿਆ ਜਾਏ ਤੇ ਤਾਂ ਜੋ ਸਾਰੇ ਪਾਸੇ ਲੋਕਾਂ ਨੂੰ ਪਤਾ ਚੱਲਦਾ ਜਾਵੇ ਵੀ ਹੁਣ ਜਿਹੜੀ ਹੈ ਨਵੀਂ ਆਰਗੇਨਾਈਜੇਸ਼ਨ ਜਿਹੜੀ ਤੁਸੀਂ ਕਾਇਮ ਕਰਨੀ, ਜਿਹੜੀ ਕੌਮੀ ਸੰਸਥਾ ਬਣਾਉਣੀ ਹੈ, ਉਹਦੇ ਕਿਸ ਸਟੇਜ ਤੇ ਪਹੁੰਚੀ ਹੈ, ਉਹਦਾ ਏਜੰਡਾ ਕੀ ਹੈ, ਉਹਦੇ 'ਚ ਕੀ ਸ਼ਾਮਿਲ ਹੋ ਰਹੀਆਂ ਨੇ। ਓਕੇ ਦਲਗੀਰ ਸਾਹਿਬ, ਹੁਣ ਸਾਡੇ ਕੋਲ ਟਾਈਮ ਥੋੜਾ ਵਾ। ਹਾਂ, ਅਕਾਲ ਪੁਰਖ ਤੁਹਾਨੂੰ ਹਿੰਮਤ ਬਖਸ਼ਣ ਤੇ ਲੋਕਾਂ ਨੂੰ ਚਾਹੀਦਾ ਹੈ। ਧੰਨਵਾਦ, ਤੁਸੀਂ ਚੰਗੇ
ਕਹਿੰਦੇ ਟਾਂਡੇ ਵਾਲੀ ਜਾਂ ਭਾਂਡੇ ਵਾਲੀ ਰਹੂਗੀ। ਹਾਂਜੀ ਦੇਖੋ ਤੁਸੀਂ ਇਸ ਯੂਕੇ ਦੀ ਜਿਹੜੀ ਪੰਥਕ ਸਥਿਤੀ ਆ ਨਾ ਉਹ ਐਸੇ ਟਿਕਾਣੇ ਪਹੁੰਚੀ ਆ, ਇਹਨਾਂ ਲੋਕਾਂ ਤੋਂ ਜੇ ਤੁਸੀਂ ਛੁਟਕਾਰਾ ਨਹੀਂ ਪਾਉਂਦੇ ਤੁਹਾਡਾ ਨਿਸ਼ਾਨਾ ਕੀ ਆ? ਹਾਂਜੀ ਤੁਸੀਂ ਕਿਹੜੇ ਪਾਸੇ ਨੂੰ ਪੈਰ ਪੁੱਟੋਗੇ? ਹਾਂਜੀ ਚੋਰਾਂ ਦੇ ਨਾਲ ਚੱਲ ਕੇ ਤੁਹਾਡੀ ਲੱਤ ਖਿੱਚਦਾ ਕੋਈ ਨਾ, ਤੁਸੀਂ ਚੋਰ ਤੁਸੀਂ ਬਣ ਨਹੀਂ ਸਕਦੇ। ਇਹਨਾਂ ਠੱਗਾਂ ਤੋਂ ਉਚੇਚੇ ਤੌਰ ਤੇ ਖਹਿੜਾ ਛਡਾਉਣਾ ਪਊਗਾ ਤਾਂ ਪੰਥ ਦੇ ਬੋਲਬਾਲੇ ਦੀ ਗੱਲ ਕਰੋਗੇ, ਨਹੀਂ ਤੇ ਇਹਨਾਂ ਦੇ ਜ਼ਮੀਨਾਂ ਲੈ ਲਈਆਂ, ਇਹ ਤਾਂ ਹੁਣ ਮੱਛੀ ਪਾਲਣੀ ਸ਼ੁਰੂ ਕਰ ਦੇਣਗੇ ਉੱਤੇ ਗ੍ਰੀਨ ਬੈਲਟ ਦੇ ਵਿੱਚ। ਦੇਖੋ ਇਹ ਜਿਹੜਾ ਪਾਪ ਆ ਨਾ, ਮੱਛੀ ਪਾਲਣ ਤੋਂ ਯਾਦ ਆ ਗਿਆ ਜੀ, ਇੱਕ ਪਾਕਿਸਤਾਨ ਵਿੱਚ ਇੱਕ ਬੰਦਾ ਬੈਠਾ, ਉਹ ਵੀ ਆਪਣੇ ਨੂੰ ਖਾਲਿਸਤਾਨੀ ਕਹਿੰਦਾ, ਉਹ ਮੱਛੀਆਂ ਪਾਲਦਾ, ਸਾਰਾ ਫੰਡ ਇਕੱਠਾ ਕਰਕੇ ਟਰਾਂਸਪੋਰਟ ਖੋਲ ਕੇ ਬੈਠਾ ਉੱਤੇ, ਇੱਕ ਮੱਛੀ ਵੀ ਪਾਲਦਾ ਜੀ। ਇੱਕ ਭਰਾ ਉੱਥੇ ਮੇਰਾ ਵੀ ਘੱਲੂਘਾਰਾ ਦਾ ਜਿਹੜਾ ਗਦਾਰ ਬੰਦਾ ਉਹਦੇ ਗੋਡੇ ਬੈਠਾ ਆ। ਹਾਂਜੀ ਸੋ ਇਹਨਾਂ ਵਿਚਾਰਾਂ ਦੇ ਨਾਲ ਸਾਡਾ ਹੁਣ ਟਾਈਮ ਸਮਾਪਤ ਹੈ ਜੀ। ਅਸੀਂ ਫੇਰ ਆਵਾਂਗੇ ਤਕਰੀਬਨ ਅਗਲੇ ਹਫਤੇ ਸ਼ੁੱਕਰਵਾਰ ਇਸੇ ਹਫਤੇ, ਔਰ ਹਾਂ ਸ਼ੁੱਕਰਵਾਰ ਹਫਤਾ ਦੇ ਹੀ ਹੁੰਦਾ। ਤੇ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਸੰਗਤ ਹਮੇਸ਼ਾ ਸਾਥ ਦੇਵੇ ਔਰ ਵਿਚਾਰਾਂ ਦੇ ਤੌਰ ਤੇ ਹੀ ਨਵਾਂ ਮੁੱਦਾ ਲੈ ਕੇ ਸੰਗਤ ਦੇ ਸਾਹਮਣੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। That'll be $4.99, ma'am. There you go. Thank you. And have a great day, ma'am. Well, what about my change? What can you get with 1p? A call to my mum who lives in India. You don't believe me? Mum! Hi, beta. How are you? Call India landlines and mobiles for only 1 pence per minute. Order your free SIM at likeamobile.co.uk today.